का खालसा वाहिगुरू जी की फतेह। सतनाम वाहिगुरू साहिब जी। लहणे दी फेराइए नानका दोही खट्टीए। जोत ओहा जुगत साए शहकाया फेर पलटीए। झुलै सुछत निरंजनी मल तख्त बैठा गुर हटीए। करें जे गुर फुरमाया सिल जोग अलूनी चट्टीए। लंगर चलै गुर शब्द हर टोट ना आवी खट्टीए। खर्चे दित खसम दी आप खहंदी खैर दबट्टीए। होवै सिफत खसम दी नूर अरशहों कुरसहों झट्टीए। तुद डिठे सच्चे पातशाह मल जन्म जन्म दी कट्टीए। सच जे गुर फुरमाया क्यों एदू बोलहूँ हटीए। पुतनी कौल न पालियो कर पी रहो कन मुरट्टीए। दिल खोटै आकी फिरन बन भार उचायन छट्टीए। जिन आखी सोई करे जिन कीती तिनै थट्टीए। कौन हारे किन ओवट्टीए। जिन आखी सोई करे जिन कीती तिनै थट्टीए। कौन हारे किन ओवट्टीए। जुगो जुग अटल चवर छतर तक दे मालक हाजरा हजूर सर्व कला भरपूर। गुरता गद्दी ते सुभाए मान धन धन साहिब सतगुरु गुरु ग्रंथ साहिब महाराज जीओ की पावन पवित्र हजूरी अंदर सतगुरु जी की अपार बख्शिश कृपा रहमत सदका पाठ बोध समागम दियाँ हाजरियाँ भर रहे हाँ। रामकली की वार राय बलवंड तथा सत्तै डूम आखी। इस बाणी दी विचार विच पहली पौड़ी तक दा पाठ अते विचार असीं कल श्रवण कीता सी। आओ अज दूजी पौड़ी तो विचार की आरंभता करिए। गुरु चरना विच हाजरी लगवाइए। प्यार अदब सत्कार सहित आखो जी वाहिगुरू जी का खालसा वाहिगुरू जी की फतेह। इस पावन पवित्र वार की दूजी पौड़ी का पाठ असीं हुण साझा कीता है। इस दूजी पौड़ी का रचनाहार भाई बलवंड राय ही है। इस अंदर बलवंड राय जी ने धन सतगुरु गुरु अंगद साहिब महाराज की उस्तत वडियाई का जिक्र किया है। पहली पौड़ी नाल संबंधित गल जे सांझी करिए ते इहदे अंदर भाई बलवंड जी ने दस्सिया कि अकाल पुरख परमात्मा जिसनूं वड्डी वडियाई दे दिंदा है ओदी वडियाई नूं बोलण वास्ते कहण वास्ते कोई बराबरी दा बोल नहीं जापदा। ते ओ वडियाई इन्नी वड्डी हो गई कि गुरु ने चेले दे अगे नमस्कार कर दित्ती ते जिउंदियां जी उस नूं गुरियाई दा टिका दे दिता। गुरियाई दा छत्र उस दे सिर ते झुला दिता। हुण जिस वेले गुरियाई दा छत्र झुला दिता है ते जिन्नी वडियाई जिन्नी सिफत गुरु नानक साहिब महाराज की है
ਓਨੀ ਸਿਫਤ ਤੇ ਓਨੀ ਹੀ ਵਡਿਆਈ ਗੁਰੂ ਅੰਗਦ ਸਾਹਿਬ ਦੀ ਝੋਲੀ ਪੈ ਗਈ ਹੈ, ਜਿਸ ਨੂੰ ਇੱਥੇ ਭਾਈ ਬਲਵੰਡ ਰਾਏ ਜੀ ਲਿਖਦੇ ਹਨ, ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ। ਕਹਿਣ ਲੱਗੇ ਜਿਸ ਵੇਲੇ ਗੁਰਿਆਈ ਦਾ ਛਤਰ ਬਾਬਾ ਲਹਿਣਾ ਉੱਤੇ ਝੁਲਾਇਆ ਗਿਆ ਹੈ, ਉਹਨੂੰ ਅੰਗਦ ਬਣਾ ਦਿੱਤਾ ਹੈ, ਤੇ ਇਸ ਵਕਤ ਹੁਣ ਲਹਿਣੇ ਦੀ ਫੇਰਾਈਐ, ਕਹਿਣ ਲੱਗੇ ਲਹਿਣੇ ਦੀ ਤੋਂ ਹੀ ਉਹਦੀ ਧੁੰਮ ਪੈ ਗਈ ਹੈ, ਉਹਦੀ ਵਡਿਆਈ, ਉਹਦੀ ਇੱਜ਼ਤ ਹਰ ਥਾਂ ਦੇ ਉੱਤੇ ਪਸਰਣ ਲੱਗ ਪਈ ਹੈ। ਮਾਨੋ ਇਹ ਅਕਾਲ ਪੁਰਖ ਦੀ ਵੱਡੀ ਮਿਹਰ ਹੋਈ ਹੈ, ਗੁਰੂ ਨਾਨਕ ਸਾਹਿਬ ਦੀ ਦਇਆ ਹੋਈ ਹੈ। ਤੇ ਭਾਈ ਲਹਿਣਾ ਜਿਸ ਵੇਲੇ ਪ੍ਰਵਾਨ ਹੋਇਆ ਤੇ ਉਹ ਪ੍ਰਵਾਨਗੀ ਦੇ ਨਾਲ ਗੁਰਿਆਈ ਦਾ ਛਤਰ ਜਦੋਂ ਸਿਰ ਤੇ ਝੁਲਿਆ ਤੇ ਜਿੰਨੀ ਵਡਿਆਈ ਗੁਰੂ ਨਾਨਕ ਸਾਹਿਬ ਦੀ ਤੇ ਉਹ ਓਨੀ ਹੀ ਵਡਿਆਈ ਜਿਹੜੀ ਹੈ ਗੁਰੂ ਅੰਗਦ ਸਾਹਿਬ ਦੀ ਝੋਲੀ ਪੈ ਗਈ। ਉਹਦਾ ਇੱਕ ਕਾਰਨ ਬੜਾ ਪਿਆਰਾ ਇੱਥੇ ਜਿਹੜਾ ਹੈ ਉਹ ਭਾਈ ਬਲਵੰਡ ਰਾਏ ਜੀ ਨੇ ਲਿਖਿਆ। ਆਖਣ ਲੱਗੇ ਨੇ, ਜੋਤ ਓਹਾ ਜੁਗਤ ਸਾਏ ਸ਼ਹਕਾਇਆ ਫੇਰ ਪਲਟੀਐ। ਆਖਦੇ ਨੇ ਵੀ ਵਡਿਆਈ ਗੁਰੂ ਨਾਨਕ ਸਾਹਿਬ ਦੀ ਇੰਨੀ ਹੋ ਗਈ, ਜਿਸ ਵਡਿਆਈ ਨੂੰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਇੰਨੀ ਵਡਿਆਈ ਹੋ ਗਈ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਇੰਨੀ ਵੱਡੀ ਵਡਿਆਈ ਹੋ ਗਈ ਕਿ ਕਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਤੇ ਆਖਦੇ ਨੇ ਓਨੀ ਉਹ ਵਡਿਆਈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੋਈ ਹੈ, ਉਹ ਜੋਤ ਓਹਾ ਜੁਗਤ ਸਾਏ ਸ਼ਹਕਾਇਆ ਫੇਰ ਪਲਟੀਐ। ਓਨੀ ਹੀ ਵਡਿਆਈ, ਓਨੀ ਹੀ ਮਿਹਰ, ਓਨੀ ਹੀ ਦਇਆ ਹੁਣ ਉਸੇ ਜੋਤ ਵਿੱਚ ਭਾਵ ਗੁਰੂ ਅੰਗਦ ਸਾਹਿਬ ਵਿੱਚ ਵਰਤਣ ਲੱਗ ਪਈ ਹੈ। ਇਹਨੂੰ ਮੈਂ ਬੇਨਤੀ ਇੰਝ ਸਾਂਝੀ ਕਰਾਂ, ਕਵੀ ਸੰਤੋਖ ਸਿੰਘ ਨੇ ਇਸ ਘਟਨਾ ਦੇ ਬਾਰੇ ਬੜਾ ਪਿਆਰਾ ਵਿਖਿਆਨ ਕੀਤਾ ਹੈ। ਜਿਸ ਵੇਲੇ 1539 ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਿਆਈ ਦਾ ਛਤਰ ਭਾਈ ਲਹਿਣੇ ਉੱਤੇ ਚਲਾ ਦਿੱਤਾ ਹੈ, ਤੇ ਜਿਸ ਵੇਲੇ ਗੁਰੂ ਉਹਨੂੰ ਥਾਪ ਕਰਕੇ ਤੇ ਅੱਗੇ ਨਮਸਕਾਰ ਕਰ ਦਿੱਤੀ ਹੈ, ਤੇ ਆਖਣ ਲੱਗੇ ਵੀ ਇਹ ਘਟਨਾ ਇੰਜ ਹੈ ਵੀ ਜਿਵੇਂ ਕੋਈ ਇੱਕ ਰਾਜਾ ਆਪਣੇ ਰਾਜ ਦਰਬਾਰ ਦੇ ਅੰਦਰ ਦੂਜੇ ਦਿਨ ਜਦੋਂ ਆ ਕਰਕੇ ਆਪਣੇ ਤਖਤ ਉੱਤੇ ਬੈਠਦਾ ਹੈ ਤੇ ਤਕਰੀਬਨ ਇੰਜ ਹੁੰਦਾ ਵੀ ਜਿਹੜੇ ਪਹਿਲੇ ਦਿਨ ਦੇ ਉਹਨੇ ਪੁਸ਼ਾਕਾ ਪਾਇਆ, ਪਹਿਲੇ ਦਿਨ ਦੇ ਕੱਪੜੇ ਪਾਏ ਸਨ, ਤੇ ਦੂਜੇ ਦਿਨ ਬਦਲ ਕੇ ਆ ਕੇ ਬੈਠ ਜਾਂਦਾ ਹੈ। ਤੇ ਗੱਲ ਇੰਨੀ ਹੈ ਵੀ ਦੂਜੇ ਦਿਨ ਕੇਵਲ ਤੇ ਕੇਵਲ ਉਹ ਕੱਪੜੇ ਆਪਣਾ ਪੁਸ਼ਾਕਾ ਬਦਲ ਕੇ ਬੈਠਾ ਹੈ, ਰਾਜਾ ਬਦਲ ਕਰਕੇ ਨਹੀਂ ਬੈਠਾ। ਤਖਤ ਵੀ ਉਹੀ ਹੈ, ਰਾਜਾ ਵੀ ਉਹੀ ਹੈ, ਕੇਵਲ ਤੇ ਕੇਵਲ ਉਹਨੇ ਆਪਣੇ ਵਸਤਰ ਜਿਹੜੇ ਨੇ ਉਹ ਬਦਲ ਲਏ ਨੇ, ਪੁਸ਼ਾਕ ਬਦਲ ਲਈ ਹੈ। ਤੇ ਇਹਨੂੰ ਕਵੀ ਸੰਤੋਖ ਸਿੰਘ ਲਿਖਦੇ ਨੇ, ਜਿਉਂ ਅਦਪਤ ਇੱਕ ਪੋਸ਼ਿਸ਼ ਤਜ ਕੈ ਬੈਸੈ ਸਭਾ ਦੁਤੀ ਤਨ ਸਜ ਕੈ। ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਪੁਸ਼ਾਕ ਬਦਲ ਕਰਕੇ ਬੈਠਦਾ ਹੈ, ਇਵੇਂ ਗੁਰੂ ਨਾਨਕ ਗੁਰੂ ਅੰਗਦ ਦਾ ਪੁਸ਼ਾਕਾ ਬਦਲ ਕਰਕੇ ਬੈਠ ਗਿਆ। ਸਰੀਰ ਜਿਵੇਂ ਉਸ ਪੁਸ਼ਾਕੇ ਦੇ ਵਿੱਚ ਰਾਜੇ ਦਾ ਉਹੀ ਹੈ, ਇਵੇਂ ਜੋਤ ਓਹਾ ਜੁਗਤ ਸਾਏ, ਉਹੀ ਜੋਤ ਵਰਤ ਰਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ। ਤੇ ਉਹੀ ਜੁਗਤੀ, ਜਿਸ ਜੁਗਤੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਰ ਚੱਕ ਤਾਰ ਦਿੱਤੇ ਨੇ, ਜਿਸ ਜੁਗਤੀ ਦੇ ਨਾਲ ਘਰ ਘਰ ਅੰਦਰ ਧਰਮਸ਼ਾਲ ਹੋ ਗਈ ਹੈ, ਉਹੀ ਜੁਗਤੀ ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਰਤਾ ਰਹੇ ਨੇ। ਇਹਨੂੰ ਫਿਰ ਜੇਕਰ ਵੇਖਣਾ ਹੋਵੇ ਤੇ ਭਾਈ ਗੁਰਦਾਸ ਜੀ ਨੇ ਇੰਜ ਵੀ ਲਿਖਿਆ ਕਿ ਥਾਪਿਆ ਲਹਿਣਾ ਜੀਵਦੈ ਗੁਰਿਆਈ ਸਿਰ ਛਤਰ ਫਿਰਾਇਆ। ਕਿ ਜਿਉਂਦਿਆਂ ਜੀ ਲਹਿਣੇ ਨੂੰ ਥਾਪ ਕੇ ਗੁਰਿਆਈ ਦਾ ਜਦੋਂ ਛਤਰ ਉਹਦੇ ਉੱਤੇ ਫਿਰਾ ਦਿੱਤਾ ਹੈ, ਕਹਿਣ ਲੱਗੇ ਜੋਤ ਤੇ ਜੋਤੀ ਉਹੀ ਵਰਤ ਰਹੀ ਸੀ ਤੇ ਕੇਵਲ ਤੇ ਕੇਵਲ ਉਥੇ ਕਾਇਆ ਪਲਟੀ ਹੈ। ਇਸੇ ਤਰ੍ਹਾਂ ਇੱਥੇ ਆਖਿਆ ਸ਼ਹਿ ਕਾਇਆ ਫੇਰ ਪਲਟੀ ਹੈ। ਕੇਵਲ ਤੇ ਕੇਵਲ ਸਰੀਰ ਬਦਲਿਆ, ਗੁਰੂ ਨਹੀਂ ਬਦਲਿਆ, ਜੋਤ ਨਹੀਂ ਬਦਲੀ ਤੇ ਜੁਗਤੀ ਵੀ ਨਹੀਂ ਬਦਲੀ। ਉਹੀ ਜੁਗਤੀ ਅੰਮ੍ਰਿਤ ਵੇਲੇ ਉੱਠਣ ਦੀ, ਉਹੀ ਜੁਗਤੀ ਗੁਰੂ ਘਰ ਦੇ ਵਿੱਚ ਆਉਣ ਵਾਲਿਆਂ ਨੂੰ ਆਪਣੇ ਗਲ ਨਾਲ ਲਾਉਣ ਦੀ, ਉਹੀ ਜੁਗਤੀ ਕਿ ਜਗ੍ਹਾ ਜਗ੍ਹਾ ਥਾਂ ਥਾਂ ਤੇ ਜਾ ਕਰਕੇ ਸੱਚ ਦਾ ਹੋਕਾ ਦੇਣਾ,
ਇਹ ਜੁਗਤੀ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸੰਭਾਲ ਲਈ ਹੈ। ਤੇ ਜਿਸ ਵੇਲੇ ਇਹ ਜੁਗਤੀ ਉਹਨਾਂ ਨੂੰ ਮਿਲੀ ਹੈ, ਇਹ ਜੋਤ ਦੀ ਪ੍ਰਾਪਤੀ ਹੋਈ ਹੈ, ਤੇ ਚੇਤਾ ਰੱਖਣਾ ਇਹਨੂੰ ਭਾਈ ਬਲਵੰਡ ਜੀ ਲਿਖਦੇ ਹਨ, ਝੁਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਹਟੀਐ ਦਾ ਅਰਥ ਹੈ ਹੱਟੀ, ਗੁਰ ਹਟੀਐ ਨੇੜੇ ਰੱਖ ਕੇ ਪਾਠ ਕਰਨਾ ਹੈ। ਗੁਰੂ ਦੀ ਹੱਟੀ ਤੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੱਟੀ ਤੇ ਜਦੋਂ ਗੁਰੂ ਅੰਗਦ ਸਾਹਿਬ ਬੈਠੇ ਨੇ ਤੇ ਆਖਦੇ ਨੇ ਝੁਲੈ ਸੋ ਛਤ ਨਿਰੰਜਨੀ, ਜਿਹੜਾ ਉਹ ਛਤਰ ਪਿਆ ਝੁਲਦਾ ਮਲ ਤਖਤ ਬੈਠਾ, ਉਹ ਤਖਤ ਮਲ ਕਰਕੇ ਆਪਣਾ ਸਥਾਨ ਮਲ ਕਰਕੇ ਬੈਠ ਗਿਆ ਇੱਥੇ। ਕਿਉਂਕਿ ਅਸੀਂ ਪਾਠ ਬੋਧ ਸਮਾਗਮ ਵੀ ਇਸ ਨੂੰ ਨਾਮ ਦਿੱਤਾ ਹੈ। ਤੇ ਚੇਤਾ ਰੱਖਣਾ ਮਲ ਅੱਖਰ ਜਿਹੜਾ ਗੁਰੂ ਕੀ ਪਵਿੱਤਰ ਬਾਣੀ ਵਿੱਚ 3 ਰੂਪਾਂ ਵਿੱਚ ਆਇਆ। ਗੁਰਬਾਣੀ ਵਿਆਕਰਨ ਦੇ ਨੁਕਤੇ ਨੂੰ ਵੀ ਸਮਝੀਏ, ਮਲ ਸ਼ਬਦ ਜਿਹੜਾ ਹੈ ਉਹ 3 ਰੂਪਾਂ ਵਿੱਚ ਆਇਆ। ਅਖੀਰ ਲੱਲਾ ਸਿਹਾਰੀ ਵੀ ਹੈ, ਅਖੀਰ ਲੱਲਾ ਮੁਕਤਾ ਵੀ ਹੈ, ਤੇ ਅਖੀਰ ਲੱਲਾ ਔਂਕੜ ਵੀ ਹੈ। ਪਰ ਖਿਆਲ ਕਰਨਾ ਇਹਦੇ ਸਰੂਪ 3 ਆਏ ਨੇ, ਪਰ ਅਰਥ ਇਹਦੇ 4 ਨੇ, ਵੱਖੋ ਵੱਖਰੇ ਅਰਥ ਇਸ ਦੇ 4 ਨੇ। ਇੱਥੇ ਜਿਹੜਾ ਅਸੀਂ ਅੱਖਰ ਪੜ੍ਹ ਰਹੇ ਹਾਂ ਮਲ ਤਖਤ, ਮਲ ਲੱਲਾ ਸਿਹਾਰੀ ਹੈ, ਮਲ ਕੇ ਤਖਤ ਮਲ ਕਰਕੇ ਬੈਠਾ ਹੈ। ਜਿਸ ਵੇਲੇ ਅਸੀਂ ਗੁਰੂ ਕੀ ਪਵਿੱਤਰ ਬਾਣੀ ਵਿੱਚੋਂ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਅਸੰਖ ਮਲੇਸ਼ ਮਲ ਭਖ ਖਾਹੇ, ਉੱਥੇ ਵੇਖੋਗੇ ਤੇ ਮਲ ਲੱਲਾ ਔਂਕੜ ਨਾਲ ਹੈ, ਪਰ ਉਚਾਰਨ ਦਾ ਫਰਕ ਪਵੇਗਾ। ਜਿੱਥੇ ਇਹ ਸਿਹਾਰੀ ਵਾਲਾ ਹੈ ਜਿਹਦੇ ਅਰਥ ਨੇ ਮਲ ਕੇ, ਉੱਥੇ ਅਦਕ ਲਾ ਕਰਕੇ ਉਚਾਰਨ ਕਰਾਂਗੇ, ਤੇ ਜਿੱਥੇ ਇਹਦੇ ਅਰਥ ਮਲ, ਇਹਦੇ ਔਂਕੜ ਨਾਲ ਅਰਥ ਨੇ ਮੈਲ ਰੂਪ ਵਿੱਚ। ਅਸੰਖ ਮਲੇਸ਼ ਮਲ ਭਖ ਖਾਏ, ਉੱਥੇ ਮਲ ਉਚਾਰਨ ਕੀਤਾ ਜਾਂਦਾ ਹੈ, ਉਹ ਲੱਲੇ ਔਂਕੜ ਨਾਲ ਹੈ। ਸ੍ਰੀ ਰਾਗ ਵਿੱਚ ਤੀਜੀ ਉਦਾਹਰਨ ਮਲ ਲੱਲਾ ਮੁਕਤਾ ਦੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਜੀ ਆਖਦੇ ਨੇ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ। ਉਚਾਰਨ ਉੱਥੇ ਵੀ ਮਲ ਕਰਨਾ, ਪਰ ਉਹ ਲੱਲਾ ਮੁਕਤਾ ਹੈ ਜਿਹਦੇ ਅਰਥ ਅੱਗੇ ਨੇ ਮਲ ਲੱਥੇ ਲੈਂਦੇ ਫੇਰੀਆਂ। ਜਿਵੇਂ ਘੋਲ ਅਖਾੜੇ ਦੇ ਅੰਦਰ ਪਹਿਲਵਾਨ ਜਿਹੜੇ ਨੇ ਉਹ ਆਪਣੀ ਮਾਨੋ ਝੰਡੀ ਪਏ ਵਿਖਾ ਰਹੇ ਨੇ, ਆਪਣੇ ਸਰੀਰ ਦੀ ਪ੍ਰਦਰਸ਼ਨੀ ਪਏ ਕਰ ਰਹੇ ਨੇ, ਆਪਣੀ ਤਾਕਤ ਅਜਮਾਇਸ਼ ਕਰ ਰਹੇ ਨੇ। ਉਹ ਮਲ ਦੇ ਅਰਥ ਜਿਹੜੇ ਹਨ ਪਹਿਲਵਾਨਾਂ ਤੋਂ ਹੈ, ਉਹ ਮੁਕਤਾ ਰੂਪ ਵਿੱਚ ਹੈ। ਤੇ ਚੌਥਾ ਜਿਹੜਾ ਅਰਥ ਮੈਂ ਸਾਂਝਾ ਕਰਾਂ ਵੀ ਸਿਹਾਰੀ ਨਾਲ ਹੈ। ਪੰਕਤੀ ਹੈ ਗੁਰਮੁਖ ਕੋਈ ਗਾਰੜੂ 3 ਮਲ ਦਰ ਲਾਈ ਪਾਏ। ਕਹਿਣ ਲੱਗੇ ਮਾਇਆ ਕਿਸੇ ਦੇ ਵਸ ਵਿੱਚ ਨਹੀਂ ਸੀ ਆਉਂਦੀ, ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਡੱਬੀ ਪਿਆਰਾ ਜਿਸ ਨੇ ਇਸ ਨੂੰ ਮਲ ਦਲ ਮਲ ਕੇ, ਇਹਦੇ ਅਰਥ ਨੇ ਮਲ ਕੇ, ਚੰਗੀ ਤਰ੍ਹਾਂ ਮਲ ਕੇ ਦਲ ਕੇ ਤੇ ਇਹਨੂੰ ਆਪਣੇ ਪੈਰੀ ਲੰਘਾ ਲਿਆ ਹੈ। ਇੱਥੇ ਸਿਹਾਰੀ ਨਾਲ ਜਿਹੜੇ ਅਰਥ ਹਨ ਤੇ ਇਹਦਾ ਉਚਾਰਨ ਮਲ, ਮਲ ਤਖਤ, ਤਖਤ ਮਲ ਕਰਕੇ ਉਹ ਸਥਾਨ ਪ੍ਰਾਪਤ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਗੁਰੂ ਅੰਗਦ ਸਾਹਿਬ ਨੇ ਪ੍ਰਾਪਤ ਕੀਤਾ ਹੈ। ਤੇ ਇੱਕ ਮੈਂ ਬੇਨਤੀ ਹੋਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਤੋਂ ਜਿਹੜਾ ਇਹ ਤਖਤ, ਜਿਹੜਾ ਇਹ ਝੁਲੈ ਸੋ ਛਤ ਨਿਰੰਜਨੀ, ਇਹ ਜਿਹੜਾ ਸ਼ਹਿ ਟਿੱਕਾ ਦੇ ਤੋਸ ਜੀਵਦਾ ਹੈ, ਇਹ ਜੇਕਰ ਵੇਖੀ ਵੀ ਪ੍ਰਾਪਤ ਕਿਉਂ ਹੋਇਆ ਤੇ ਕਿਵੇਂ ਹੋਇਆ, ਤੇ ਉਹਦੀ ਗਵਾਹੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਭਰਦੇ ਨੇ। ਆਖਦੇ ਨੇ ਕਦੈ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ। ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ ਤਖਤ ਇਸ ਕਾਰਨ ਕਰਕੇ ਮਿਲਿਆ ਕਿ ਕਰੈ ਉਹੀ ਕੁਝ ਕਰਦੇ ਨੇ ਜੇ ਗੁਰ ਫਰਮਾਇਆ, ਜਿਹੜਾ ਫਰਮਾਨ ਗੁਰੂ ਕਰਦਾ ਹੈ, ਜਿਹੜਾ ਵੀ ਹੁਕਮ ਗੁਰੂ ਕਰਦਾ ਹੈ ਉਹਨੂੰ ਬੇਝਿਜਕ ਬਿਨਾਂ ਸੋਚੇ ਕਿ ਮੇਰਾ ਇਸ ਵਿੱਚ ਕੀ ਨੁਕਸਾਨ ਹੈ, ਬਿਨਾਂ ਇਹ ਸੋਚੇ ਕਿ ਮੇਰਾ ਕੀ ਫਾਇਦਾ ਹੈ, ਉਸੇ ਵੇਲੇ ਹੁਕਮ ਸੁਣਦਿਆਂ ਸਾਰ ਭਾਈ ਲਹਿਣਾ ਉਹ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੁਕਮ ਵਜਾਉਣ ਵਾਸਤੇ ਤੁਰ ਪੈਂਦਾ ਹੈ। ਉਹਦਾ ਕਾਰਨ ਵੀ ਇੱਕ ਮੈਂ ਹੋਰ ਸਪਸ਼ਟ ਕਰ ਦਿਆਂ। ਗੁਰੂ ਨਾਨਕ ਦੇ ਘਰ ਵਿੱਚ ਦਰਬਾਰ ਵਿੱਚ ਆ ਕਰਕੇ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ ਤੋਂ ਭਾਈ ਲਹਿਣੇ ਨੇ ਸੁਣਿਆ ਵੀ ਜੇ ਇੱਥੇ ਆ ਕਰਕੇ ਪ੍ਰਵਾਨਗੀ ਮਿਲਣੀ ਹੈ ਤੇ ਉਸ ਪ੍ਰਵਾਨਗੀ ਦਾ ਕਾਰਨ ਇਹ ਹੁੰਦਾ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨਗੀ ਤਾਂ ਹੁੰਦੀ ਹੈ ਜੇ ਹੁਕਮ ਮੰਨਿਆ ਜਾਵੇਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਲਕੁਲ ਆਪਣੀ ਆਰੰਭਿਕ ਬਾਣੀ ਵਿੱਚ ਵੀ ਇਹ ਜ਼ਿਕਰ ਕੀਤਾ ਹੈ। ਕਹਿਣ ਲੱਗੇ ਮਾਲਕ ਤੁਹਾਡੇ ਅੰਦਰ ਪ੍ਰਕਾਸ਼ਮਾਨ ਹੋ ਜਾਵੇ, ਅੰਦਰੋਂ ਝੂਠ ਦੀ ਕੰਧ ਟੁੱਟ ਜਾਵੇ, ਤੇ ਉਹਦੇ ਵਾਸਤੇ ਵੀ ਤਰੀਕਾ ਇਹ ਹੈ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਤਰੀਕਾ ਕੀ ਹੈ? ਹੁਕਮ ਰਜ਼ਾਈ ਚੱਲਣਾ
ਨਾਨਕ ਲਿਖਿਆ ਨਾਲ ਉੱਥੇ ਵੀ ਹੁਕਮ ਵਿੱਚ ਤੁਰਨ ਦੀ ਗੱਲ ਕੀਤੀ ਹੈ। ਤੇ ਇੱਥੇ ਗੁਰੂ ਅੰਗਦ ਸਾਹਿਬ ਨੂੰ ਜਿਹੜਾ ਤਖਤ ਪ੍ਰਾਪਤ ਹੋਇਆ ਹੈ ਤੇ ਭਾਈ ਬਲਵੰਡ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਕਰੈ ਜੇ ਗੁਰ ਫਰਮਾਇਆ, ਉਹੀ ਕੁਝ ਕਰਦੇ ਨੇ ਜਿਹੜਾ ਫਰਮਾਨ ਗੁਰੂ ਕਰਦਾ ਹੈ। ਸਿਲ ਜੋਗ ਅਲੂਣੀ ਚੱਟੀਐ, ਚੇਤਾ ਰੱਖਣਾ ਇਹ ਗੁਰੂ ਦਾ ਹਰ ਇੱਕ ਕੀਤਾ ਹੋਇਆ ਹੁਕਮ ਜਿਉਂਦਿਆਂ ਤਿਉਂ ਉਵੇਂ ਮੰਨ ਲੈਣਾ। ਇਹ ਇੱਕ ਬਿਲਕੁਲ ਇਸ ਤਰ੍ਹਾਂ ਦਾ ਸੀ, ਸਿਲ ਜੋਗ ਅਲੂਣੀ ਚੱਟੀਐ, ਮਾਨੋ ਪੱਥਰ ਦੀ ਕੋਈ ਜਿਹੜੀ ਹੈ ਪੱਥਰ ਸਿਲ ਜਿਸ ਨੂੰ ਆਖਿਆ ਜਾਂਦਾ ਹੈ ਅਲੂਣਾ ਹੋਵੇ, ਭਾਵ ਕੋਈ ਉਹਦੇ ਵਿੱਚ ਪੱਥਰ ਵਿੱਚ ਤੇ ਕੋਈ ਸਵਾਦ ਨਹੀਂ ਹੁੰਦਾ। ਤੇ ਬੇਸਵਾਦੀ ਚੀਜ਼ ਖਾਣਾ ਜਿਹੜਾ ਬੜਾ ਮੁਸ਼ਕਲ ਹੁੰਦਾ ਹੈ, ਬੇਸਵਾਦੀ ਚੀਜ਼ ਨੂੰ ਖਾਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਜਿਹਦੇ ਕਾਰਨ ਕਰਕੇ ਇੱਥੇ ਭਾਈ ਬਲਵੰਡ ਜੀ ਨੇ ਉਦਾਹਰਨ ਦਿੱਤੀ ਹੈ ਕਿ ਸਿਲ ਜੋਗ ਅਲੂਣੀ ਚੱਟੀ ਹੈ। ਇਹ ਮਿਹਨਤ ਜਿਹੜੀ ਹੈ ਔਰ ਇਹ ਗੁਰੂ ਦਾ ਫਰਮਾਨ ਗੁਰੂ ਦਾ ਹੁਕਮ ਮੰਨਣ ਵਾਲਾ ਜਿਹੜਾ ਕਾਰਜ ਕੀਤਾ ਹੈ ਉਹਦੇ ਸਦਕਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਤਖਤ ਪ੍ਰਾਪਤ ਹੋਇਆ ਹੈ। ਤੇ ਚੇਤਾ ਰੱਖਣਾ ਜਿਸ ਵੇਲੇ ਕੋਈ ਜ਼ਿੰਮੇਵਾਰੀ ਕੋਈ ਅਹੁਦਾ ਕਿਸੇ ਵਿਅਕਤੀ ਨੂੰ ਮਿਲ ਜਾਂਦਾ ਹੈ ਤੇ ਤਕਰੀਬਨ ਅਕਸਰ ਐਸਾ ਵੇਖਿਆ ਵੀ ਉਹ ਵਿਅਕਤੀ ਆਪ ਉਧਰੀਆਂ ਕਰਨ ਲੱਗ ਪੈਂਦਾ ਹੈ, ਵਧੀਕੀਆਂ ਕਰਨ ਲੱਗ ਪੈਂਦਾ ਹੈ, ਆਪਣੇ ਆਪ ਨੂੰ ਹੀ ਵੱਡਾ ਜਤਾਉਣ ਲੱਗ ਪੈਂਦਾ ਹੈ, ਲਾਲਚੀ ਵੀ ਹੋ ਜਾਂਦਾ ਹੈ। ਪਰ ਯਾਦ ਰੱਖਣਾ ਜਿਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਇਹ ਵਡਿਆਈ ਤੇ ਯਾਦ ਰੱਖਣਾ ਇਹ ਜ਼ਿੰਮੇਵਾਰੀ ਜਦੋਂ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਇੰਜ ਨਿਭਾਇਆ ਹੈ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨਾ ਆਵੀ ਖੱਟੀਐ। ਜਿਹੜਾ ਨਾਮ ਰੂਪੀ ਲੰਗਰ ਗੁਰੂ ਨਾਨਕ ਦੇ ਦਰਬਾਰ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਵਰਤ ਰਿਹਾ ਸੀ, ਵਰਤਾਇਆ ਜਾ ਰਿਹਾ ਸੀ, ਜਿਸ ਦਿਨ ਤੋਂ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਤੇ ਬੈਠੇ ਨੇ ਤੇ ਉਸੇ ਦਿਨ ਤੋਂ ਗੁਰੂ ਸ਼ਬਦ ਦਾ ਲੰਗਰ ਭਾਵ ਨਾਮ ਦਾ ਲੰਗਰ ਹੋਣਾ ਗੁਰੂ ਅੰਗਦ ਸਾਹਿਬ ਜੀ ਵਰਤਾ ਰਹੇ ਨੇ। ਔਰ ਟੋਟ ਨਾ ਆਵੀ ਖੱਟੀਐ ਕਹਿਣ ਲੱਗੇ ਇਹ ਜਿਹੜੀ ਕਮਾਈ ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿ ਕਰਕੇ ਗੁਰੂ ਅੰਗਦ ਸਾਹਿਬ ਨੇ ਕੀਤੀ ਹੈ, ਜਿਹੜੀ ਖੱਟੀ ਹੈ ਕਮਾਈ ਕੀਤੀ ਹੈ, ਇਹਨੂੰ ਵੰਡ ਕਰਕੇ ਵੀ ਟੋਟ ਨਾ ਆਵੀ ਤੇ ਕਦੀ ਉਸ ਵਿੱਚ ਘਾਟਾ ਨਹੀਂ ਪੈਂਦਾ। ਜਿਹਨੂੰ ਗੁਰੂ ਅਰਜਨ ਸਾਹਿਬ ਜੀ ਬੜੇ ਸੁਖਾਲੇ ਸ਼ਬਦਾਂ ਵਿੱਚ ਆਖਦੇ ਨੇ ਕਿ ਜਿਸ ਵੇਲੇ ਗੁਰਬਾਣੀ ਰੂਪੀ ਵਿਚਾਰ ਰੂਪੀ ਜੀਵਨ ਨੂੰ ਸੋਹਣਾ ਬਣਾਉਣ ਵਾਲਾ ਇੱਕ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਜਦੋਂ ਇਹ ਖਜ਼ਾਨਾ ਖੋਲ ਕੇ ਵੇਖਿਆ ਤੇ ਵਰਤਾਇਆ ਤੇ ਇਹਦੇ ਵਿੱਚ ਸਗੋਂ ਘਾਟ ਨਹੀਂ ਆਈ, ਕਮੀ ਨਹੀਂ ਆਈ, ਸਗੋਂ ਸਾਰਿਆਂ ਨੂੰ ਆਖਿਆ ਵੀ ਤੁਸੀਂ ਵੀ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਤੁਸੀਂ ਸਾਰੇ ਰਲ ਕੇ ਮਿਲ ਕੇ ਇਸ ਬਾਣੀ ਦੇ ਖਜ਼ਾਨੇ ਨੂੰ ਵਿਚਾਰ ਨੂੰ ਵੰਡੋ ਤੇ ਖਾਵੋ ਤੇ ਇਹਦੇ ਵਿੱਚ ਕੋਈ ਘਾਟ ਨਹੀਂ ਕਮੀ ਨਹੀਂ, ਸਗੋਂ ਵੱਧ ਹੋ ਜਾਈ ਤੇ ਵਾਧਾ ਹੋਣਾ ਜਾਏਗਾ। ਜਿਹਨੂੰ ਇੱਥੇ ਨਾਲ ਫਿਰ ਆਖਦੇ ਹਨ ਖਰਚੇ ਦਿੱਤ ਖਸਮ ਦੀ, ਆਪ ਖਾਂਦੀ ਖੈਰ ਦਵਟੀਐ। ਉਸੇ ਵੇਲੇ ਤੋਂ ਹੀ ਨਾਮ ਦਾ ਲੰਗਰ ਗੁਰੂ ਸ਼ਬਦ ਦੇ ਰਾਹੀਂ ਹਰੀ ਦੇ ਨਾਮ ਦਾ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਉਸ ਵਰਤਾਏ ਜਾ ਰਹੇ ਲੰਗਰ ਵਿੱਚ ਕਹਿਣ ਲੱਗੇ ਖਰਚੇ ਦਿੱਤ ਖਸਮ ਦੀ ਦਿੱਤੀ ਹੋਈ ਇਹ ਦਾਤ ਨੂੰ ਜਿੱਥੇ ਗੁਰੂ ਅੰਗਦ ਸਾਹਿਬ ਜੀ ਖਰਚਦੇ ਹਨ, ਆਪ ਖਾਂਦੀ ਆਪ ਵਰਤੇ ਹਨ, ਉਹਨਾਂ ਨੇ ਆਪ ਵਰਤਾਈ ਹੈ। ਤੇ ਖੈਰ ਦਬੱਟੀ ਹੈ, ਖੈਰ ਵਿੱਚ ਦਰਥ ਹੈ, ਦਾਨ ਵਿੱਚ ਵੀ ਦਬੱਟੀ ਹੈ ਦਰਥ ਹੈ ਦਬਾ ਦਬ, ਛੇਤੀ ਤੋਂ ਛੇਤੀ, ਬਿਨਾਂ ਕਿਸੇ ਢਿੱਲ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਉਹ ਗੁਰੂ ਨਾਨਕ ਦੇ ਘਰ ਵਿੱਚੋਂ ਮਿਲੀ ਹੋਈ ਦਾਤ ਨਾਮ ਦਾ ਲੰਗਰ ਵਰਤਾਈ ਜਾ ਰਹੇ। ਖਰਚੇ ਦਿੱਤ ਖਸਮ ਦੀ ਆਪ ਖਾਂਦੀ ਆਪ ਉਹਨਾਂ ਨੇ ਵਰਤੀ ਹੈ ਤੇ ਵਰਤ ਕਰਕੇ ਫਿਰ ਖੈਰ ਦਬੱਟੀ ਹੈ ਤੇ ਦੂਜਿਆਂ ਨੂੰ ਦਾਨ ਵਿੱਚ ਵੰਡੀ ਜਾ ਰਹੇ ਨੇ। ਇਹ ਗੱਲ ਮੈਂ ਤੇ ਹੋਰ ਕਰਦੇ ਹਾਂ ਜਿੱਥੇ ਨਾਮ ਦਾ ਲੰਗਰ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਚੱਲ ਰਿਹਾ ਹੈ, ਜਿਹਦੇ ਵਿੱਚ ਕੋਈ ਘਾਟ ਨਹੀਂ ਕਮੀ ਨਹੀਂ ਸਗੋਂ ਵਾਧਾ ਹੁੰਦਾ ਜਾਂਦਾ ਹੈ, ਜਿਹੜਾ ਗੁਰੂ ਅੰਗਦ ਸਾਹਿਬ ਜੀ ਲਗਾਤਾਰ ਵੰਡੀ ਜਾ ਰਹੇ ਨੇ। ਕਹਿਣ ਲੱਗੇ ਐਸਾ ਹੁੰਦਾ ਹੈ ਵੀ ਜਿੱਥੋਂ ਕਿਤੋਂ ਕੋਈ ਦਾਤਾਂ ਮਿਲਦੀਆਂ ਹੋਣ, ਜਿੱਥੋਂ ਕਿਤੋਂ ਕੋਈ ਲੋੜਵੰਦਾਂ ਦੀ ਮਦਦ ਕੋਈ ਸਹਾਇਤਾ ਕਰਦਾ ਹੋਵੇ, ਜਿਸ ਦਾ ਕੋਈ ਸੁਭਾਅ ਚੰਗਾ ਹੋਵੇ, ਕੋਈ ਮਦਦ ਵਾਲਾ ਹੋਵੇ ਤੇ ਅਕਸਰ ਐਸਾ ਹੁੰਦਾ ਵੀ ਲੋਕ ਉਸ ਦੀ ਵਡਿਆਈ ਕਰਨ ਲੱਗ ਪੈਂਦੇ ਨੇ, ਲੋਕ ਉਸ ਦੇ ਨਾਮਣੇ ਨੂੰ ਉੱਚਾ ਦੱਸਣ ਲੱਗ ਪੈਂਦੇ ਨੇ। ਕੋਈ ਦੁੱਖ ਵਿੱਚ ਹੋਵੇ ਤਕਲੀਫ ਵਿੱਚ ਹੋਵੇ ਮਦਦ ਕਰਨ ਵਾਲੇ ਦਾ ਨਾਮ ਉਸੇ ਵੇਲੇ ਚੇਤਾ ਆਉਂਦਾ ਵੀ ਤੂੰ ਫਲਾਣੇ ਕੋਲ ਜਾ ਤੇ ਉੱਥੇ ਤੇਰੀ ਕੋਈ ਨਾ ਕੋਈ ਮਦਦ ਹੋ ਸਕਦੀ ਹੈ। ਆਖਣ ਤੋਂ ਭਾਵ ਉਸ ਦੇ ਨਾਮਣੇ ਨੂੰ ਉਸ ਦੀ ਵਡਿਆਈ ਨੂੰ ਫਿਰ ਬੜਾ ਉੱਚਿਆਂ ਕੀਤਾ ਜਾਂਦਾ ਹੈ। ਪਰ ਇੱਥੇ ਇੱਕ ਕਮਾਲ ਦੀ ਗੱਲ ਹੋਈ ਹੈ
ਵੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਦੀ ਸ਼ਖਸੀਅਤ ਦੀ ਬਹੁਤੀ ਵਡਿਆਈ ਕਰਨ ਦੀ ਬਜਾਏ ਸਗੋਂ ਉਹਦੇ ਦਰਬਾਰ ਵਿੱਚ ਕੀ ਹੁੰਦਾ ਹੈ, ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ। ਉਥੇ ਕਹਿਣ ਲੱਗੇ ਸਿਫਤ ਕਿਸ ਦੀ ਹੁੰਦੀ ਹੈ, ਖਸਮ ਦੀ ਹੁੰਦੀ ਹੈ। ਉਥੇ ਸਿਫਤ ਹੁੰਦੀ ਹੈ ਤੇ ਮਾਲਕ ਦੀ ਹੁੰਦੀ ਹੈ। ਇੱਕ ਗੱਲ ਮੈਂ ਇੱਥੇ ਹੋਰ ਨਾਲ ਸਾਂਝੀ ਕਰਦੇ ਹਾਂ ਵੀ ਜਿਸ ਵੇਲੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ, ਕਿਸ ਦਾ ਤੂੰ ਚੇਲਾ ਹੈ, ਤੇ ਕਹਿਣ ਲੱਗੇ ਉਹਨਾਂ ਨੇ ਆਪਣੇ ਆਪ ਨੂੰ ਇਹ ਨਹੀਂ ਆਖਿਆ ਵੀ ਮੈਂ ਗੁਰੂ ਹਾਂ, ਸਗੋਂ ਕੀ ਆਖਿਆ, ਮੇਰਾ ਤੇ ਸ਼ਬਦ ਗੁਰੂ ਹੈ। ਤੋ ਇਸੇ ਢੰਗ ਦੇ ਨਾਲ ਜੋ ਤੋਹਾ ਜੁਗਤ ਸਾਏ ਦੀ ਗੱਲ ਕਰਦਿਆਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਸਿਫਤ ਕਿਸ ਦੀ ਹੋ ਰਹੀ ਹੈ, ਖਸਮ ਦੀ ਹੋ ਰਹੀ ਹੈ, ਮਾਲਕ ਦੀ ਹੋ ਰਹੀ ਹੈ। ਹੋਵੇ ਸਿਫਤ ਖਸਮ ਦੀ। ਤੇ ਵੀ ਗੱਲ ਚੇਤਾ ਰੱਖਣਾ, ਜਿਹੜਾ ਰੱਬੀ ਪਿਆਰਾ ਹੈ, ਗੁਰਮੁਖਤਾਈ ਦਾ ਜੀਵਨ ਬਤੀਤ ਕਰਨ ਵਾਲਾ ਹੈ, ਉਹ ਜੇ ਕਿਸੇ ਲੋੜਵੰਦ ਦੀ ਕੋਈ ਮਦਦ ਕਰਦਾ ਹੈ, ਕਿਸੇ ਧਰਮ ਸਥਾਨ ਤੇ ਕੋਈ ਵਸਤੂ ਭੇਟ ਕਰ ਦਿੰਦਾ ਹੈ, ਤੇ ਕਹਿਣ ਲੱਗੇ ਉਹ ਆਪਣਾ ਨਾਮ ਚਮਕਾਉਣ ਦੀ ਬਜਾਏ ਸਗੋਂ ਇਹ ਆਖਦਾ ਵੀ ਮੈਂ ਤੇ ਮਾਲਕ ਵੱਲੋਂ ਦਿੱਤੀ ਹੋਈ ਦਾਤ ਹੈ ਤੇ ਉਸ ਦਾਤ ਨੂੰ ਤੁਹਾਡੇ ਨਾਲ ਵੰਡਿਆ, ਮੇਰੀ ਆਪਣੀ ਕੋਈ ਪਾਇਆ ਨਹੀਂ ਸੀ। ਜੇ ਇਹਨੂੰ ਵੇਖਣਾ ਚਾਹੀਏ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਵੇਲੇ ਗੁਰੂ ਕੀ ਪਵਿੱਤਰ ਬਾਣੀ ਨੂੰ ਸੰਪਾਦਨ ਕਰਕੇ ਇਹਦਾ ਪ੍ਰਕਾਸ਼ ਕਰ ਦਿੱਤਾ ਹੈ ਤੇ ਆਖਦੇ ਨੇ ਵੀ ਉਹਦੇ ਵਿੱਚੋਂ ਇੱਕ ਬੋਲ ਪ੍ਰਗਟ ਹੁੰਦਾ ਹੈ ਕਿ ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਤੇ ਫਿਰ ਜਦੋਂ ਇਸ ਨੂੰ ਸੰਪੂਰਨ ਕੀਤਾ ਹੈ, ਜਦੋਂ ਇਸ ਦੀ ਸੰਪਾਦਨਾ ਕੀਤੀ ਹੈ ਤੇ ਸੰਪਾਦਨਾ ਵੇਲੇ ਮੁੰਦਣ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕੀਤਾ ਹੈ, ਆਖਿਆ ਹੈ ਕਿ ਮੇਰੀ ਆਪਣੀ ਕੋਈ ਚਲਾਕੀ, ਆਪਣੀ ਕੋਈ ਸਿਆਣਪ, ਆਪਣੀ ਕੋਈ ਸਮਰੱਥਾ, ਆਪਣੀ ਕੋਈ ਮਿਹਨਤ ਨਹੀਂ ਸੀ, ਇਹ ਤੇ ਸਗੋਂ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਇਹ ਤੇ ਮਾਲਕ ਤੇਰਾ ਤਰਸ ਹੋਇਆ, ਤੇਰੀ ਦਇਆ ਹੋਈ ਹੈ, ਤੇਰੀ ਕਿਰਪਾ ਹੋਈ ਹੈ, ਵਰਨਾ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ, ਮੇਰੇ ਕੋਲ ਕੋਈ ਗੁਣ ਨਹੀਂ ਸੀ। ਆਖਣ ਤੋਂ ਭਾਵ ਸਿਫਤ ਤੇ ਸਲਾਹ ਕੇਵਲ ਤੇ ਕੇਵਲ ਖਸਮ ਦੀ, ਮਾਲਕ ਦੀ। ਇੱਥੇ ਇਹ ਪੰਕਤੀ ਜ਼ਾਹਰ ਭਾਈ ਬਲਵੰਡ ਜੀ ਨੇ ਕੀਤੀ ਹੈ ਵੀ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਕੀ ਹੁੰਦਾ ਹੈ, ਹੋਵੇ ਸਿਫਤ ਖਸਮ ਦੀ, ਮਾਲਕ ਦੀ ਸਿਫਤ ਹੁੰਦੀ ਹੈ। ਤੇ ਇਹ ਸਿਫਤ ਇਸ ਤਰ੍ਹਾਂ ਦੀ ਹੈ ਵੀ ਨੂਰ ਅਰਸ਼ੋਂ ਕੁਰਸੋਂ ਝੱਟੀਐ। ਅਰਸ਼, ਅਰਸ਼ ਦਾ ਅਰਥ ਹੈ ਆਸਮਾਨ, ਮਾਨੋ ਅਸਮਾਨ ਤੋਂ ਨੂਰਾਨੀ ਦੇਸ਼ਾਂ ਤੋਂ, ਝੱਟੀਐ ਦਾ ਅਰਥ ਹੈ ਝੜ ਰਿਹਾ, ਨੂਰ ਝੜ ਰਿਹਾ ਹੈ। ਆਖਣ ਤੋਂ ਭਾਵ ਵੱਡੀ ਉਸਤਤ, ਵੱਡੀ ਜਿਹੜੀ ਸਿਫਤ ਸਲਾਹ ਹੈ ਉਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਖਸਮ ਮਾਲਕ ਦੀ ਹੋ ਰਹੀ ਹੈ। ਜਿਹਨੂੰ ਸੁਣ ਕਰਕੇ ਅੰਦਰ ਧੀਰਜ ਬਣਦਾ ਹੈ, ਜਿਹਨੂੰ ਸੁਣ ਕਰਕੇ ਅੰਦਰ ਚਾਹ ਪੈਦਾ ਹੁੰਦਾ ਹੈ, ਜਿਹਨੂੰ ਸੁਣ ਕਰਕੇ ਆਤਮਿਕ ਜੀਵਨ ਬਲ ਪੈਦਾ ਹੁੰਦਾ ਹੈ, ਉਹ ਸਿਫਤ ਸਲਾਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਖਸਮ ਦੀ ਪਈ ਹੁੰਦੀ ਹੈ। ਤੇ ਫਿਰ ਕਹਿਣ ਲੱਗੇ ਉੱਥੇ ਜਿਹੜਾ ਵੀ ਹੁਣ ਆਉਂਦਾ ਹੈ, ਅਕਾਲ ਪੁਰਖ ਦੀ ਖਸਮ ਦੀ ਸਿਫਤ ਸਲਾਹ ਦੀ ਬਾਣੀ ਨੂੰ ਸੁਣ ਕਰਕੇ, ਗੁਰੂ ਅੰਗਦ ਸਾਹਿਬ ਦੀ ਵਿਚਾਰ ਨੂੰ ਸੁਣ ਕਰਕੇ, ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ ਇਥੋਂ ਤੱਕ ਵੀ ਆਖਦਾ ਹੈ ਕਿ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਚੇਤਾ ਰੱਖਣਾ, ਇਹ ਅਕੀਦਾ, ਇਹ ਵਿਸ਼ਵਾਸ ਤੇ ਇਹ ਭਰੋਸਾ ਭਾਈ ਬਲਵੰਡ ਜੀ ਦਾ, ਜਿਸ ਵਿੱਚ ਉਹ ਆਖਦੇ ਨੇ ਵੀ ਮੈਨੂੰ ਤੇ ਸੱਚਾ ਪਾਤਸ਼ਾਹ ਹੈ ਗੁਰੂ ਅੰਗਦ ਤੂੰ ਹੀ ਜਾਪਦਾ ਹੈ, ਤੇ ਤਾਂ ਮੈਂ ਆਖਦਾ ਵੀ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਮੈਨੂੰ ਤੇ ਇੰਜ ਪਿਆ ਜਾਪਦਾ ਵੀ ਤੇਰਾ ਦੀਦਾਰ ਕੀਤਿਆਂ ਮੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾ ਰਹੀ ਹੈ। ਤੋ ਉਥੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਖਸਮ ਮਾਲਕ ਦੀ ਉਸਤਤ ਨਾਲ ਇਹ ਜਿਹੜੀ ਅੰਦਰੋਂ ਵਿਕਾਰਾਂ ਆਦਿਕ ਦੀ ਜਨਮਾਂਤਰਾਂ ਦੀ ਮੈਲ ਜੇ ਕੱਟੀ ਜਾ ਰਹੀ ਹੈ, ਕਹਿਣ ਲੱਗੇ ਇਸ ਰੱਬੀ ਮਾਲਕ ਦੇ ਗਿਆਨ ਨੂੰ, ਵਿਚਾਰ ਨੂੰ ਆਪਣੇ ਜੀਵਨ ਵਿੱਚ ਜਿਸ ਨੇ ਵੀ ਧਾਰਨ ਕੀਤਾ ਹੈ, ਉਹਦੇ ਅੰਦਰ ਚੜ੍ਹਦੀ ਕਲਾ ਇਸ ਤਰ੍ਹਾਂ ਦੀ ਹੋ ਗਈ ਹੈ, ਜਿਹਨੂੰ ਇੱਥੇ ਅਗਲੀ ਪੰਕਤੀ ਵਿੱਚ ਭਾਈ ਬਲਵੰਡ ਜੀ ਆਖਦੇ ਨੇ, ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋਂ ਹਟੀਐ। ਆਖਣ ਲੱਗੇ ਵੀ ਗੁਰੂ ਅੰਗਦ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਉੱਤੇ ਇੰਨਾ ਭਰੋਸਾ ਹੈ, ਅਕਾਲ ਪੁਰਖ ਉੱਤੇ ਇੰਨਾ ਵਿਸ਼ਵਾਸ ਹੈ, ਜਿਸ ਵਿਸ਼ਵਾਸ ਦੇ ਸਦਕਾ ਉਹ ਆਖਦੇ ਨੇ ਸੱਚ ਜੇ ਗੁਰ ਫਰਮਾਇਆ। ਗੁਰ ਰਾਰਾ ਸਿਆਰੀ ਹੈ, ਗੁਰੂ ਨੇ ਜੇ ਫਰਮਾਇਆ, ਜਿਹੜਾ ਫਰਮਾਨ ਕੀਤਾ ਸੱਚ ਦਾ, ਭਾਵ ਰੱਬੀ ਸਿਮਰਨ ਦਾ, ਬੰਦਗੀ ਦਾ, ਸੱਚ ਵਿੱਚ ਜੁੜਨ ਦਾ, ਭਾਣਾ ਮੰਨਣ ਦਾ। ਆਖਣ ਲੱਗੇ ਨੇ ਕਿਉਂ ਏਦੂ ਬੋਲੋਂ ਹਟੀਐ,
इस बोल तो गुरु अंगद साहब महाराज ने अपने आप नूं कदी हटाया नहीं, अपने आप नूं कदी पिछा नहीं कीता, सगों अगे हो करके दूजियां तो भी अगे हो करके गुरु नानक दा हुक्म मन्निया। उहदा कारण असीं साझा कर चुके हां कि हुक्म मन्निया होवे प्रवान तां खसमै का महल पाए सी। एक बेनती होर इत्थे साझी करदे हां, भाई बलवंत जी ने नाल इत्थे जिक्र कीता है कि सिल जोग अलूनी चट्टण करके, भाव हुक्म मनण दे कारण करके भाई लहणा गुरु अंगद बन गया। पर दूजा पक्ष इस दा ज़ाहर कर लिए, दूजा पक्ष साझा कर लिए ते इत्थे गवाही भाई बलवंत जी देंदे ने, कहन लगे भावें भाई लहणा गुरु नानक दे दरबार दा एक सेवादार है, एक चेला है, पर उन्हें पदवी जिहड़ी है इन्नी उच्ची हासिल कर ली जिहड़ी पदवी गुरु नानक दे अपने सुपुत्र भी नहीं कर पाए। ये पंक्ति मैं नाल दा ज़ाहर करदे हां जो सामने है। आखदे ने पुत्री कौल ना पालियो कर पीरहों कन मुरटिया। पुत्री चेता रखना है, ये नासकी उच्चारण होवेगा पुत्रा ने, क्योंकि जिस नूं कला तुसीं पुत्री पढ़ोगे ते पुत्री दे अर्थ होगे धी होगे। ते इतिहास लिखदा भी गुरु नानक साहब जी दे 2 पुत्र ही सन, पुत्री कोई नहीं सी। तो इनू उच्चारण करने वेले ध्यान करना है, बहुवचनी रूप विच पुत्री कौल ना पालियो पुत्रा ने। इनू जेकर होर वेखना होवे भी नाम अखर दे नाल बिंदी दा जदों उच्चारण करदे हां ते उस वेले ओदे अर्थ जिहड़े ने बहुवचनी ते संबंधिकी हुंदे ने, जिन्हों असीं पढ़दे हां जिथै जाए बह मेरा सतगुरु सो थान सुहावा रामदास जी गुरसिੱਖੀ सो थान भालिया। गुरसिੱਖੀ भाव गुरसिੱਖਾਂ ने ਉਹ थान ਲੱਭਿਆ है। इत्थे पुत्री पुत्रा ने कौल ना पालियो, ये सच है, इतिहास का सच है, तो याद रखिया वो इनू झुठलाया नहीं जा सकता। जेड़ा बचन जिस तरह का बचन गुरु अंगद साहब ने मन्निया भाई लहणे दे रूप विच, उस तरह का बचन मनन वाला जिहड़ा कर्म है वो पुत्र नहीं कर सके। पुत्री कौल ना पालियो ते की कीता कर पीरहों कन मुरटिया। अपने पीर तो सतगुरु तो गुरु तो कन अपना मोढा मुरटिए दा अर्थ है मोड़ते ही रहे ने, मूँह मोड़ते ही रहे ने, बचन नूं कौल नूं पुगाया नहीं है। एक गल इत्थे होर ध्यान करन वाली है, जिन्हां ने गुरु के बचन नूं कमाया नहीं, गुरु के बचन नूं जीवन विच धारण नहीं कीता, उन्हां दा हाल ये होया दिल खोटा आकी फिरन बन भार उचायन छट्टिए। कहण लगे जिहड़े दिल दे खोटे ने ते गुरु तो आकी गुरु तो बागी होकर के फिरदे रहे ने, वो बिल्कुल इवें ने भी बन भार उचायन छट्टिए। छट्टे हुए जिहड़े दाने ने, जिहड़े इंज आखली भी फोक आदिक ने, मानो उन्हां दा भार बन करके तुर पए ने, भी जिन्हां दी कोई बहुती कीमत नहीं है, जिन्हां दा कोई खास मुल नहीं पै सकदा। हाल ये होया भी दिल दे खोटे ते जिहड़े गुरु दे हुक्म तो आकी सन, उन्हां दे पल्ले दाणियां दा बोल नहीं, उन्हां दे पल्ले बख्शिश नहीं पई, सगों उन्हां दे पल्ले बन भार उचायन छटी है। फिर अगली पंक्ति है जिहदे विच भाई बलवंत जी गुरमत दा गुरु घर दा एक वड्डा सिद्धांत बयान करदे ने। आखदे हन जिन आखी सोई कदे जिन कीती तिनै थट्टिए। आखदे ने रब्बी घर विचों गुरु नानक साहब तो प्रगट होया भी रब्बी हुक्म विच रहन वाला प्रवान हुंदा है। हुक्म मन्निया होवे प्रवान हुंदा है। जिन आखी जिसने ये आख्या भी हुक्म विच रह करके प्रवान हो जाता है, सोई करे कहन लगे ओ मालिक प्रभु आप हुक्म विच रख करके कार करवाउण वाला है। जिन कीती तिन्नै ठट्टी है, जिन्हें ये हुक्म कीता है, जिन्हें संसार दी ये हुक्म रूपी खेड रची है, कहन लगे उस खेड दे विच उसे अकाल पुरख ने गुरु अंगद साहब नूं ठट्टीए दा अर्थ है थाप दिता है, समर्थ बना दिता है। उन्हें समर्थ बना दिता है कि वह हुक्म मनण दे कारण करके प्रवान हो गया है। अखीर पंक्ति दे 4 अखर ने कौन हारे किन उवटिए। आखन लगे भी सच ते यह है, कौन हारदा है जीवन दी बाजी,
ਤੇ ਕਿੰਨ ਉਵਟੀਐ, ਉਵਟੀਐ ਦਾ ਅਰਥ ਹੈ ਵਟਣਾ, ਭਾਵ ਲਾਭ ਕੋਈ ਰਾਹ ਲੈ ਕਰਕੇ ਜਾਣਾ। ਕੌਣ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ ਤੇ ਕੌਣ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ, ਜੇ ਇਸ ਗੱਲ ਨੂੰ ਵੇਖਣਾ ਹੋਵੇ ਤੇ ਇਸ ਪੌੜੀ ਦੀਆਂ ਇਹਨਾਂ ਪੰਕਤੀਆਂ ਨੂੰ ਤੇ ਇਤਿਹਾਸ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਹਾਰਨ ਵਾਲੇ ਉਹ ਨੇ ਜਿਨ੍ਹਾਂ ਨੇ ਕੌਲ ਨਾ ਪਾਲਿਓ, ਜਿਨ੍ਹਾਂ ਨੇ ਬਚਨ ਨਹੀਂ ਮੰਨਿਆ, ਜਿਨ੍ਹਾਂ ਨੇ ਹੁਕਮ ਨੂੰ ਨਹੀਂ ਕਮਾਇਆ। ਤੇ ਜਿੱਤਣ ਵਾਲਾ ਕੌਣ ਹੈ? ਜੀਵਨ ਦੀ ਬਾਜੀ ਜਿਹੜਾ ਜਿੱਤਣ ਵਾਲਾ ਹੈ ਉਹ ਉਹੀ ਹੈ ਜਿਸ ਨੇ ਕਨੇ ਜੇ ਗੁਰ ਫਰਮਾਇਆ, ਜਿਸ ਨੇ ਸੱਚ ਜੇ ਗੁਰ ਫਰਮਾਇਆ, ਕਿ ਉਹ ਇਦੋਂ ਬੋਲੋਂ ਹਟਿਆ, ਆਪਣੇ ਆਪ ਨੂੰ ਕਦੀ ਪਿਛਾਂਹ ਨਹੀਂ ਹਟਿਆ, ਉਹ ਜੀਵਨ ਦੀ ਬਾਜੀ ਜਿੱਤ ਕਰਕੇ ਜਾਂਦਾ ਹੈ। ਤੇ ਸਤਿਗੁਰੂ ਪਵਿੱਤਰ ਬਾਣੀ ਦੇ ਵਿੱਚ ਇੱਕ ਥਾਂ ਹੋਰ ਇਸ ਤਰ੍ਹਾਂ ਦਾ ਜ਼ਿਕਰ ਆਪ ਕਰਦੇ ਨੇ ਕਿ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਜੀਓ ਗੁਰੂ ਦੇ ਸਨਮੁਖ ਰਹਿਣ ਵਾਲੇ, ਗੁਰੂ ਕਾ ਬਚਨ ਕਮਾਉਣ ਵਾਲੇ ਜੀਵਨ ਦਾ ਲਾਭ ਲਾਹਾ ਲੈ ਕਰਕੇ ਜਾਂਦੇ ਨੇ, ਜੀਵਨ ਸਫਲ ਬਣਾ ਲੈਂਦੇ ਨੇ। ਤੇ ਜਿਹੜੇ ਮਨਮੁਖ ਹੋ ਕਰਕੇ ਤੁਰਦੇ ਨੇ ਉਹ ਆਪਣੀ ਜੀਵਨ ਦੀ ਬਾਜੀ ਹਾਰ ਕਰਕੇ ਚਲੇ ਜਾਂਦੇ ਨੇ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ। ਰਾਮਕਲੀ ਕੀ ਇਹ ਵਾਰ ਵਿੱਚੋਂ ਜਿੱਥੇ ਅੱਜ ਅਸੀਂ ਇਹ ਦੂਜੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ, ਦੂਜੀ ਪੌੜੀ ਦੇ ਪਾਠ ਨੂੰ ਸਰਵਣ ਕੀਤਾ ਹੈ। ਗੁਰੂ ਮਿਹਰ ਕਰੇ, ਗੁਰੂ ਕੇ ਪਵਿੱਤਰ ਬਚਨ ਦੀ ਵਿਚਾਰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰੀਏ। ਕੱਲ ਤੀਜੀ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਪਾਠ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।